ਤਕਰੀਬਨ 150 ਕੇਸ ਤੁਸੀਂ ਲੜਿਆ ਉਹਨਾਂ ਦਾ, ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬਰੀ ਵੀ ਹੋਏ ਨੇ। ਜ਼ਿਆਦਾ ਕੇਸਿਸ ਕਿਸ ਤਰੀਕੇ ਦੇ ਸੀਗੇ, ਕਿਹੜੀ ਇੱਕ ਹੀ ਸਰਕਾਰੀ ਸ਼ਹਿ ਤੇ ਕੇਸ ਹੁੰਦੇ ਰਹੇ ਉਹਨਾਂ ਤੇ ਜਾਂ ਕੋਈ ਹੋਰ ਤਾਕਤਾਂ ਸੀ? ਮਤਲਬ ਕਹਿੰਦਾ ਹੈ ਕਿ ਸਾਰੇ ਦੇ ਸਾਰੇ ਕੇਸ ਹੀ 150 ਜਾਂ 200 ਜਿੰਨੇ ਵੀ ਕੇਸ ਸਾਰੇ ਹੀ ਝੂਠੇ। ਜੇ ਕਿਸੇ ਵੀ ਕੇਸ 'ਚ ਇੰਨਾ ਵੀ ਦਮ ਹੁੰਦਾ ਤੇ ਇੱਕ ਦਿਨ ਤਾਂ ਸਜ਼ਾ ਹੁੰਦੀ। ਤੁਸੀਂ ਕਿਸੇ ਦੀ ਜ਼ਿੰਦਗੀ ਦੇ 7 ਸਾਲ ਖਤਮ ਕਰ ਦਿਓ, ਪਾੜ ਸੁੱਟੋ, ਉਹਦਾ ਜ਼ਿੰਮੇਵਾਰ ਕੌਣ ਹੈ? ਇਹੀ ਸਿਆਸਤਦਾਨ ਜਿਹੜੇ ਮੋਸਟ ਕਰਪਟ ਨੇ, ਝੂਠੇ ਨੇ, ਇਨਸਿੰਸੀਅਰ ਨੇ। ਇਹ ਵੀ ਚਰਚਾ ਰਹੀ ਹੈ, ਮਾਨ ਸਾਹਿਬ ਆਪਣੇ ਮੂੰਹੋਂ ਵੀ ਦੱਸਦੇ ਰਹੇ ਕਿ ਬੜਾ ਤਸ਼ੱਦਦ ਵੀ ਹੋਇਆ। ਤੁਸੀਂ ਤਾਂ ਨੇੜੇ ਦੇਖਿਆ ਹੋਣਾ, ਤੁਹਾਨੂੰ ਤਾਂ ਸਾਰੀ ਚੀਜ਼ ਕੱਲੀ ਦੱਸਦੇ। ਜਦੋਂ ਮਾਨ ਸਾਹਿਬ ਨੂੰ ਝੂਠੇ ਉਹ ਇੰਦਰਾ ਗਾਂਧੀ ਲਾਜ ਕੌਂਸਪੀਰੇਸੀ ਕੇਸ 'ਚ ਫੜਿਆ ਸੀਗਾ, ਆਪ ਭਾਗਲਪੁਰ ਜੇਲ੍ਹ 'ਚ ਬੰਦ ਰੱਖਿਆ ਸੀਗਾ। ਉਸ ਦੌਰਾਨ ਇਹਨਾਂ ਦੇ 9 ਪਰਸ ਸੀ। ਉਹਨਾਂ ਦਾ ਜਿਹੜਾ ਨੂਰ ਸੀਗਾ ਨੱਕ ਦੇ ਤੇ ਥੱਲੇ ਇੱਕ ਡੱਬੀ ਬੰਦ ਹੁੰਦੀ ਸੀਗੀ ਜਿਸ 'ਚ ਸ਼ਿਟ ਪਈ ਹੁੰਦੀ ਸੀ। ਉਹ ਡੱਬੀ 2 ਘੰਟੇ ਲਈ ਜਾਂ 3 ਘੰਟੇ ਲਈ ਨਹੀਂ ਬੰਨੀ ਜਾਂਦੀ ਸੀ ਉਸ ਤੇ ਹਾਲੇ। That was the torture. What for? ਇਹ ਜਿਹੜਾ ਸਾਰਾ ਹੋਇਆ ਕਾਹਦੇ ਲਈ ਹੋਇਆ? ਪਰ ਕਿਉਂ ਤੁਹਾਡੇ ਨਾਲ ਤਾਂ ਗੱਲ ਕਰਦੇ ਹੋਣੇ, ਕਿਉਂ ਸਾਰਾ ਕੁਝ ਛੱਡ ਕੇ ਫਿਰ ਦੂਸਰੇ ਸਿਆਸਤ ਪਾਸੇ ਆਏ? ਕੀ ਰਿਹਾ ਕਾਰਨ? ਹੈ ਕਿ ਉਹਨਾਂ ਦੀ ਭਾਵਨਾ ਨੂੰ ਸੱਟ ਹੋਈ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੋ ਤੇ ਆਪਰੇਸ਼ਨ ਬਲੂ ਸਟਾਰ 'ਚ ਹੋਇਆ ਕੀ ਉਹ ਜਾਇਜ਼ ਸੀ? ਦ ਪੋਲਿਟਿਕਸ ਵਿੱਚ ਮਿਸਿਸ ਗਾਂਧੀ ਨੇ ਟੂ ਇਮਰਜ ਐਜ਼ ਕਾਲੀ ਮਾਤਾ ਜਾਂ ਚੰਡੀ ਮਾਤਾ, ਉਹਨੇ ਐਸਾ ਡਰਾਮਾ ਕਰਤਾ। ਕਿਉਂਕਿ ਇੱਕ ਅਫਸਰਸ਼ਾਹ ਬੰਦਾ ਹੁੰਦਾ, ਉਹ ਬਸ ਬਹੁਤ ਸਾਰੀਆਂ ਚੀਜ਼ਾਂ ਅੰਦਰਲੀਆਂ ਜਾਣਦਾ ਹੁੰਦਾ। ਇਸ ਗੱਲ ਦੀ ਵੀ ਰੜਕ ਕੱਢਦੇ ਰਹੇ ਲੋਕ ਉਹਨਾਂ ਦੇ ਨਾਲ, ਜਿਹੜੇ ਸਿਆਸਤਦਾਨ ਸੀਗੇ, ਕਿ ਇਹ ਭੇਦ ਖੋਲ ਰਿਹਾ ਹੁਣ ਅੰਦਰਲੇ। ਬਿਲਕੁਲ ਠੀਕ ਗੱਲ ਹੈ। ਤੁਹਾਨੂੰ ਵੀ ਇਸ ਗੱਲ ਦਾ ਪਤਾ ਕਿ ਤੁਹਾਡੀ ਸਟੇਜ 'ਚ ਉਹੀ ਅਫਸਰ ਲੱਗਦਾ ਹੈਗਾ, IPS ਅਫਸਰ, ਜਿਹੜਾ ਟੌਪ ਪੋਜੀਸ਼ਨ 'ਚ ਹੋਵੇ। ਤੁਸੀਂ ਉਸ ਟਾਈਮ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ ਤਾਂ ਕਹਿੰਦੇ ਕਿ ਉਸ ਚੀਜ਼ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਰਿਹਾ ਤੁਹਾਨੂੰ। ਵਿਆਹ ਮੈਨੂੰ ਤਸ਼ੱਦਦ ਦੇ ਖਿਲਾਫ ਮੈਂ ਬੋਲਦਾ ਸੀ ਤੇ ਲੜਦਾ ਸੀਗਾ, ਤੇ ਇਹਨਾਂ ਨੇ ਮੈਨੂੰ ਪਹਿਲਾਂ ਡਰਾਇਆ, ਧਮਕਾਇਆ, ਲਾਲਚ ਦਿੱਤਾ ਜੋ ਕੁਛ ਦਾ ਕਰਦੇ ਨੇ। ਫਿਰ ਇਹਨਾਂ ਨੇ ਮੇਰੇ ਬੇਟੇ ਦਾ ਐਕਸੀਡੈਂਟ ਕਰਕੇ ਮਾਰਤਾ। ਦੂਜੇ ਪਾਸੇ ਲੋਕੀ ਇਹ ਵੀ ਕਹਿ ਦਿੰਦੇ ਨੇ ਕਿ ਕਿਤੇ ਨਾ ਕਿਤੇ ਸਟੇਟ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਮਾਨ ਸਾਹਿਬ। ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਅਰਾ ਦੇ ਕੇ ਡਿਸਟਰਬੈਂਸ ਕ੍ਰੀਏਟ ਕੀਤੀ ਜਾ ਰਹੀ ਹੈ। 150 ਕੇਸ ਪਾਉਣ ਦੇ ਬਾਅਦ, ਉਹਦੇ ਬਾਵਜੂਦ ਜੇ ਤੁਸੀਂ ਇੱਕ ਨਿੱਕੀ ਜਿਹੀ ਸੂਈ ਵੀ ਨਹੀਂ ਪ੍ਰੂਵ ਕਰ ਸਕੇ ਤੇ ਉਹਦਾ ਸਬੂਤ ਕੀ ਹੈ ਤੇ ਉਹਦੀ ਅਹਿਮੀਅਤ ਕੀ? ਅਕਾਲੀ ਦਲ ਦੀ ਹੱਥ ਪਾਵਰ ਵੀ ਰਹੀ ਹੈ, ਸਰਕਾਰ ਰਹੀ ਹੈ ਨਾ। ਉਹ ਸਭ ਖੇਡ ਹੈ, ਪੋਲਿਟਿਕਸ। ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਕੋਈ ਹੋਰ ਬੰਦਾ ਜਿਹੜਾ ਬੰਦੀ ਸਿੰਘ ਹੋਵੇ ਉਹਦਾ ਨਾਮ ਸਾਨੂੰ ਦੱਸੋ, ਅਸੀਂ ਉਹਨੂੰ ਛਡਾਵਾਂਗੇ। ਤੇ ਜੇ ਕੋਈ ਬੰਦਾ ਮੇਰੇ ਕੋਲ ਆਏ ਨਾ ਸਿਰਫ ਪੋਲਿਟਿਕਸ ਖੇਡੇ, ਉਹਦਾ ਕੀ ਲਾਭ? ਹਾਈ ਕੋਰਟ ਕਹਿੰਦਾ ਕਿ ਇਹ ਕੇਸ ਦਾ ਤੁਹਾਨੂੰ SCPC ਨੂੰ ਪਾਉਣਾ ਚਾਹੀਦਾ, ਤੁਸੀਂ ਕਿਉਂ ਪਾਇਆ? ਕਾਨੂੰਨ ਦੀ ਗੱਲ ਕਰ ਰਹੇ ਸੀ, ਇਹ ਡਬਲ ਸਟੈਂਡਰਡ ਕਿਉਂ ਰਹਿੰਦਾ ਕਾਨੂੰਨਾਂ ਦਾ ਸਿੱਖਾਂ ਪ੍ਰਤੀ, ਹੋਰ ਲੋਕਾਂ? ਜੀ ਸਾਡਾ ਕਸੂਰ ਹੈ। ਹੁਣ ਤੁਸੀਂ ਬੰਦਾ ਸਿੰਘ ਨੇ ਰੌਲਾ ਪਾਉਣ ਡਏ ਨੇ। ਜਦ ਮੈਂ ਹਾਈ ਕੋਰਟ ਕਹਿੰਦੇ ਛੁਡਾਓ, ਫਿਰ ਤੁਸੀਂ ਸਿਰਫ ਸਪੀਚਾਂ ਦੇ ਹੀ ਦੇਣੀ ਹੈ ਬਸ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ ਵੱਖ-ਵੱਖ ਲੋਕ ਜਿਹੜੇ ਨੇ ਉਹ ਆਪਣੀ ਸਿਆਸੀ ਜ਼ਮੀਨ ਤੇ ਸਿਆਸੀ ਤੌਰ ਤੇ ਇੱਕ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰਦੇ ਨੇ। ਕਿਸੇ ਨੂੰ ਸਫਲਤਾ ਮਿਲਦੀ, ਕਿਸੇ ਨੂੰ ਨਹੀਂ ਮਿਲਦੀ। ਇਸ ਵੇਲੇ ਕਿਉਂਕਿ ਅਸੀਂ ਜ਼ਿਮਨੀ ਚੋਣ ਦੀ ਗੱਲ ਕਰ ਰਹੇ ਹਾਂ, ਸੰਗਰੂਰ ਜ਼ਿਮਨੀ ਚੋਣ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੱਖ-ਵੱਖ ਪਾਰਟੀਆਂ ਨੇ ਆਪਣੇ ਵੱਖ-ਵੱਖ ਉਮੀਦਵਾਰ ਵੀ ਉਤਾਰੇ ਹੋਏ ਨੇ। ਤਾਂ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ, ਉਹਨਾਂ ਦੇ ਕਿਰਦਾਰ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ। ਅਕਸਰ ਇਹ ਵੀ ਜ਼ਿਕਰ ਹੁੰਦਾ ਰਹਿੰਦਾ ਕਿ ਬਹੁਤ ਵਾਰੀ ਚੋਣਾਂ ਲੜਨੀਆਂ, ਬਹੁਤੀ ਵਾਰ ਹਾਰ ਹੀ ਹੋਈ ਹੈ। ਇੱਕ ਵਾਰੀ ਐਡੀ ਵੱਡੀ ਜਿੱਤ ਹੋਈ ਸੀ, ਪਰ ਉਸ ਤੋਂ ਬਾਅਦ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਾਡੇ ਨਾਲ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ ਨੇ। ਬਹੁਤ ਸਾਰੇ ਕੇਸ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਸੀਗੇ ਉਹਨਾਂ ਨੇ ਲੜੇ, ਹੁਣ ਵੀ ਲੜ ਰਹੇ ਨੇ, ਹੱਲੇ ਵੀ ਬਹੁਤ ਸਾਰੇ ਕੇਸਿਸ ਨੇ। ਅੱਜ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਸਿਮਰਨਜੀਤ ਸਿੰਘ ਮਾਨ ਦੇ ਕਿਰਦਾਰ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ, ਅਸਲ ਮਾਇਨੇ ਦੇ ਵਿੱਚ ਉਹ ਵਿਅਕਤੀ ਹੈ ਕਿਸ ਤਰੀਕੇ ਦੇ।
ਸਰ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦਾ ਅਸੀਂ ਦੇਖ ਰਹੇ ਹਾਂ ਪ੍ਰਚਾਰ ਬਹੁਤ ਹੁੰਦਾ, ਚੋਣਾਂ ਦੇ ਨੇੜੇ ਤੇੜੇ ਆਣ ਕੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਾਹਮਣੇ ਆਉਂਦੀਆਂ ਨੇ। ਅਸਲ ਮਾਇਨਿਆਂ ਦੇ ਵਿੱਚ ਤੁਸੀਂ ਉਹਨਾਂ ਦੇ ਵਕੀਲ ਰਹੇ ਹੋ, ਲੰਮਾ ਸਫ਼ਰ ਉਹਨਾਂ ਦਾ ਦੇਖਿਆ ਹੈਗਾ। ਜੇ ਸਿਮਰਨਜੀਤ ਸਿੰਘ ਮਾਨ ਨੂੰ ਕੁਝ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਵੱਲੋਂ ਬਿਆਨ ਕਰਨਾ ਹੋਵੇ, ਕੀ ਕਿਰਦਾਰ ਕੀ ਹੈਗਾ ਉਹਨਾਂ ਦਾ? ਮਾਨ ਸਾਹਿਬ ਦਾ ਜਿਹੜਾ ਕਿਰਦਾਰ ਹੈ ਅੱਜ ਤੱਕ ਸਾਰਿਆਂ ਨੇ ਵੇਖਿਆ। ਅਸੀਂ ਬੜੇ ਪੋਲੀਟੀਸ਼ੀਅਨ ਵੇਖੇ, ਕਈ ਸਿਆਸਤਦਾਨ, ਕਈ ਸਾਰੇ ਹਿੰਦੁਸਤਾਨ ਦੇ ਵਿੱਚ, ਕਿਸੇ ਦਾ ਵੀ ਕਿਰਦਾਰ ਇੰਨਾ ਸਾਫ਼ ਹੈ ਜਾਂ ਸਾਫ਼ ਰਿਹਾ। ਜੋ ਇਹਨਾਂ ਦੀ ਕੁਆਲੀਫਿਕੇਸ਼ਨ ਹੈ, ਜੋ ਇਹਨਾਂ ਦਾ ਕਰੈਕਟਰ ਹੈ, ਜੋ ਓਨੈਸਟੀ ਹੈ, ਇੰਟੈਗ੍ਰਿਟੀ ਹੈ, ਮੇਰੇ ਹਿਸਾਬ ਨਾਲ ਜੇ ਤੁਸੀਂ ਟਰਾਂਸਪੇਰੈਂਸੀ ਨਾਲ ਦੇਖੋ ਜਾਂ ਕੰਪੇਅਰ ਕਰੋ ਤੇ ਨੋਬਡੀ ਸਟੈਂਡਸ ਇਵਨ ਨੀਅਰ ਹਿਮ। ਪੰਜਾਬ 'ਚ ਮੈਂ ਸਮਝਦਾ ਅੱਜ ਤੱਕ ਕੋਈ ਵੀ ਐਸਾ ਸਿਆਸਤਦਾਨ ਨਹੀਂ ਹੋਇਆ ਜਿਹਦਾ ਕਿਰਦਾਰ ਇੰਨਾ ਸਾਫ਼ ਹੋਇਆ ਹੋਵੇ। ਕੋਈ ਬੰਦਾ ਮਾਨ ਸਾਹਿਬ ਦੇ ਬਾਰੇ ਕੁਛ ਵੀ ਕਹਿ ਸਕਦਾ, ਪਰ ਇਹ ਨਹੀਂ ਕਹਿ ਸਕਦਾ ਕਿ ਉਹ ਕਰਪਟ ਨੇ ਜਾਂ ਡਿਸਓਨੈਸਟ ਨੇ ਜਾਂ ਇਨਸਿੰਸੀਅਰ ਨੇ ਜਾਂ ਕੋਈ ਐਸੀ ਗੱਲ। ਪਰਸਨਲੀ ਦੇਖੋ, ਉਹਨਾਂ ਦਾ ਵਰਗਨ ਦਾ ਦੋਸਤ ਕੋਈ ਨਹੀਂ। ਸਿਆਸਤਦਾਨ ਦੇਖੋ, ਇਹਨਾਂ ਦਾ ਕੋਈ ਸਿਆਸਤਦਾਨ ਨਹੀਂ। ਮੋਸਟ ਹਾਈਲੀ ਕੁਆਲੀਫਾਈਡ ਮੈਨ ਇਨ ਦਾ ਸਟੇਟ। ਕੋਈ ਵੀ ਬੰਦਾ ਇਹਨਾਂ ਦੇ ਕੋਲ ਖੜ ਵੀ ਨਹੀਂ ਸਕਦਾ। ਸਰ ਜਦੋਂ ਤੁਹਾਡੀ ਗੱਲ ਕਰੀ, ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ, ਤਕਰੀਬਨ 150 ਕੇਸ ਤੁਸੀਂ ਲੜਿਆ ਉਹਨਾਂ ਦਾ, ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬਰੀ ਵੀ ਹੋਏ ਨੇ। ਇਹ ਕਿਹੜੇ ਕੇਸਿਸ ਸੀਗੇ? ਜ਼ਿਆਦਾ ਕੇਸਿਸ ਕਿਸ ਤਰੀਕੇ ਦੇ ਸੀਗੇ? ਕਿਹੜੀ ਇੱਕ ਹੀ ਸਰਕਾਰੀ ਸ਼ਹਿ ਤੇ ਕੇਸ ਹੁੰਦੇ ਰਹੇ ਉਹਨਾਂ ਤੇ, ਜਾਂ ਕੋਈ ਹੋਰ ਤਾਕਤਾਂ ਸੀ? ਦੇਖੋ ਜੀ, 150 ਕੇਸ ਇਹਨਾਂ ਦੇ ਖਿਲਾਫ ਫਾਈਲ ਹੋਇਆ, FIR ਰਜਿਸਟਰ ਹੋਈਆਂ ਸਾਰੇ ਕੰਟਰੀ ਦੇ ਵਿੱਚ। ਕਿਸੇ ਕੇਸ ਤੱਕ ਕਨੈਕਟ ਹੁੰਦੇ, ਮਤਲਬ ਕਹਿੰਦਾ ਹੈ ਕਿ ਸਾਰੇ ਦੇ ਸਾਰੇ ਕੇਸ ਹੀ 150 ਜਾਂ 200 ਜਿੰਨੇ ਵੀ ਕੇਸ ਸਾਰੇ ਹੀ ਝੂਠੇ। ਜੇ ਕਿਸੇ ਵੀ ਕੇਸ 'ਚ ਇੰਨਾ ਵੀ ਦਮ ਹੁੰਦਾ ਤੇ ਇੱਕ ਦਿਨ ਤੇ ਸਜ਼ਾ ਹੁੰਦੀ ਨਹੀਂ ਹੋਈ। 7-8 ਸਾਲ ਇਹਨੂੰ ਜੇਲ੍ਹ 'ਚ ਰੱਖਿਆ ਗਿਆ। ਕਾਹਦੇ ਲਈ? ਤੁਸੀਂ ਕਿਸੇ ਦੀ ਜ਼ਿੰਦਗੀ ਦੇ 7 ਸਾਲ ਖਤਮ ਕਰ ਦਿਓ, ਪਾੜ ਸੁੱਟੋ, ਉਹਦੇ ਜ਼ਿੰਮੇਵਾਰ ਕੌਣ ਹੈ? ਇਹੀ ਸਿਆਸਤਦਾਨ ਜਿਹੜੇ ਮੋਸਟ ਕਰਪਟ ਨੇ, ਝੂਠੇ ਨੇ, ਇਨਸਿੰਸੀਅਰ ਨੇ। ਇਹੀ ਲੋਕਾਂ ਨੇ ਇਹਨੂੰ ਮਾਨ ਸਾਹਿਬ ਦੇ ਬੰਦੇ ਨੂੰ ਜੇਲ੍ਹ 'ਚ ਰੱਖਿਆ 8 ਸਾਲ। ਕਾਹਦੇ ਲਈ? ਕਿਉਂ? ਕੌਣ ਦਊਗਾ ਇਹਨੂੰ ਸਜ਼ਾ? ਤੁਸੀਂ ਮੈਨੂੰ ਦੱਸੋ। ਬੜੇ ਦੁਨੀਆ 'ਚ ਸਿਆਸਤਦਾਨ ਹੁੰਦੇ ਨੇ, ਕਈ ਕੁਛ ਹੁੰਦਾ, ਪਰ ਕੋਈ ਇੰਨਾ ਕਲੀਨ ਬੰਦਾ ਹੈ? ਕੇਸਿਸ ਦਾ ਜ਼ਿਕਰ ਕਰ ਰਹੇ ਸੀਗੇ ਤਾਂ ਤੁਸੀਂ ਜਿਵੇਂ ਦੱਸ ਰਹੇ ਸੀਗੇ, ਬਹੁਤੇ ਕੇਸ ਇਦਾਂ ਦੇ ਸੀਗੇ ਜਿਹੜੇ ਜਿਨ੍ਹਾਂ 'ਚ ਸੱਚਾਈ ਨਹੀਂ ਹੈਗੀ ਸੀਗੀ। ਕਿਸੇ 'ਚ ਸੱਚਾਈ ਨਹੀਂ ਸੀ। 150 ਕੇਸਾਂ ਦੇ ਵਿੱਚ ਕਿਸੇ 'ਚ ਵੀ ਸੱਚਾਈ ਨਹੀਂ ਸੀ, ਔਰ ਕਿਸੇ ਨੇ ਵੀ ਸਰਕਾਰ ਦੀ ਇਹ ਗੱਲ ਨਹੀਂ ਮੰਨੀ ਕਿ ਮਾਨ ਸਾਹਿਬ ਕਸੂਰਵਾਰ ਨੇ। ਇਹ ਵੀ ਚਰਚਾ ਰਹੀ ਹੈ, ਮਾਨ ਸਾਹਿਬ ਆਪਣੇ ਮੂੰਹੋਂ ਵੀ ਦੱਸਦੇ ਰਹੇ ਕਿ ਬੜਾ ਤਸ਼ੱਦਦ ਵੀ ਹੋਇਆ। ਤੁਸੀਂ ਤਾਂ ਨੇੜੇ ਦੇਖਿਆ ਹੋਣਾ, ਤੁਹਾਨੂੰ ਤਾਂ ਸਾਰੀ ਚੀਜ਼ ਕੱਲੀ ਦੱਸਦੇ ਹੋਣੇ। ਦੇਖੋ ਜੀ, ਜਿਹੜਾ 150 ਕੇਸ ਵੀ ਜਿਹੜਾ ਹੋਇਆ, ਇਹ ਵੀ ਮੈਂ ਹੀ ਕੀਤਾ ਸੀ। ਜਿਹੜਾ ਤਸ਼ੱਦਦ ਹੋਇਆ ਉਹਦਾ ਮੈਂ ਵਿਟਨੈਸ ਹਾਂ। ਜਦੋਂ ਮਾਨ ਸਾਹਿਬ ਨੂੰ ਝੂਠੇ ਉਹ ਇੰਦਰਾ ਗਾਂਧੀ ਲਾਰਜ ਕੌਂਸਪੀਰੇਸੀ ਕੇਸ 'ਚ ਫੜਿਆ ਸੀਗਾ, ਆਪ ਭਾਗਪੁਰ ਜੇਲ੍ਹ 'ਚ ਬੰਦ ਰੱਖਿਆ ਸੀਗਾ, ਉਸ ਦੌਰਾਨ ਇਹਨਾਂ ਦੇ 9 ਪਰਸੈਂਟੇਜ ਫਲਿਕਰ ਨਾਲ। ਇੱਕ ਗੱਲ, ਉਹਨਾਂ ਦਾ ਜਿਹੜਾ ਨੂਰ ਸੀਗਾ ਨੱਕ ਦੇ ਉੱਤੇ ਥੱਲੇ ਇੱਕ ਡੱਬੀ ਬੰਨ੍ਹ ਦਿੰਦੇ ਸੀਗੇ ਜਿਸ 'ਚ ਸ਼ਿਟ ਪਈ ਹੁੰਦੀ ਸੀ। ਉਹ ਡੱਬੀ 2 ਘੰਟੇ ਲਈ ਜਾਂ 3 ਘੰਟੇ ਲਈ ਨਹੀਂ ਬੰਨੀ ਜਾਂਦੀ ਸੀ, ਹਫ਼ਤਿਆਂ ਲਈ। ਇਹ ਕਹਿੰਦੇ ਸੀ ਕਿ ਮੈਨੂੰ ਘੰਟੇ ਲਈ ਤਾਂ ਸਾਹ ਲੈ ਲੈਣ ਦਿਓ। ਨਹੀਂ, ਇਹਨਾਂ ਦੇ ਵਾਲ ਪੱਟ ਸਿੱਟੇ, ਦਾੜੀ ਪੱਟ ਸਿੱਟੀ। That was the torture. What for? ਇਹ ਜਿਹੜਾ ਸਾਰਾ ਹੋਇਆ ਕਾਹਦੇ ਲਈ ਹੋਇਆ? ਕੁਛ ਵੀ ਨਹੀਂ। ਔਰ ਪੋਲਿਟਿਕਸ। ਇੱਕ ਬੜੀ ਅਹਿਮ ਚੀਜ਼ ਹੈ ਕਿ ਪਰਿਵਾਰ ਵੱਲੋਂ ਕੋਈ ਇਦਾਂ ਦੀ ਦਿੱਕਤ ਨਹੀਂ ਸੀ, ਸਾਰਾ ਕੁਝ ਸਹੀ ਚੱਲ ਰਿਹਾ ਸੀਗਾ, ਇੱਕ ਵੱਡੇ ਅਫਸਰਸ਼ਾਹ ਦੇ ਤੌਰ ਤੇ ਵਿਚਰ ਰਹੇ ਸੀ ਲੋਕਾਂ ਦੇ ਵਿੱਚ। ਤਾਂ ਕਿਉਂ ਤੁਹਾਡੇ ਨਾਲ ਤਾਂ ਗੱਲ ਕਰਦੇ ਹੋਣੇ, ਕਿਉਂ ਸਾਰਾ ਕੁਝ ਛੱਡ ਕੇ ਫਿਰ ਦੂਸਰੇ ਸਿਆਸਤ ਪਾਸੇ ਆਏ? ਕੀ ਰਿਹਾ ਕਰ? ਹੈ ਕਿ ਉਹਨਾਂ ਦੀ ਭਾਵਨਾ ਨੂੰ ਸੱਟ ਵੱਜੀ ਜਦੋਂ ਉਹ ਆਪਰੇਸ਼ਨ ਬਲੂ ਸਟਾਰ ਹੋਇਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੋ ਉੱਥੇ ਆਪਰੇਸ਼ਨ ਬਲੂ ਸਟਾਰ 'ਚ ਹੋਇਆ,
ਕੀ ਉਹ ਜਾਇਜ਼ ਸੀ? ਕੀ ਤੁਸੀਂ ਬੰਦਿਆਂ ਨੂੰ ਜੇ ਕੱਢਣਾ ਹੀ ਸੀਗਾ ਤੇ ਏਦਾਂ ਹੀ ਤੁਸੀਂ ਫੌਜ ਭੇਜਣੀ ਸੀਗੀ? ਬਰਨਾਲੇ ਨੇ ਤਾਂ ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਕੀਤਾ। ਉਦੋਂ ਕੁਝ ਨਹੀਂ, ਨਾ ਫੌਜ ਹੋਈ, ਨਾ ਕੁਛ ਹੋਇਆ, ਨਾ ਡਿਸਟਰੈਕਸ਼ਨ ਹੋਈ, ਨਾ ਕੱਖ ਹੋਇਆ। ਇਹ ਸਾਰਾ ਹੀ ਇੱਕ ਡਰਾਮਾ ਸੀ। ਦ ਪੋਲਿਟਿਕਸ ਦੇ ਵਿੱਚ ਮਿਸਿਸ ਗਾਂਧੀ ਨੇ ਟੂ ਇਮਰਜ ਐਜ਼ ਕਾਲੀ ਮਾਤਾ ਜਾਂ ਚੰਡੀ ਮਾਤਾ, ਉਹਨੇ ਐਸਾ ਡਰਾਮਾ ਕਰਤਾ। ਇੱਕ ਬਲੂ ਗੋਲਡਨ ਟੈਂਪਲ ਜਿਹੜਾ ਹੈਗਾ, ਇਟ ਇਜ਼ ਨਾਟ ਏ ਸਿੰਪਲ ਟੈਂਪਲ, ਇਟ ਇਜ਼ ਦਾ ਐਥੋਸ ਆਫ ਸਿੱਖਿਜ਼ਮ। ਨਾਟ ਓਨਲੀ ਸਿੱਖਿਜ਼ਮ ਬਟ ਆਲ ਪੰਜਾਬੀਜ਼। ਤੁਸੀਂ ਉਹਦੀ ਪਰਵਾਹ ਕੀਤੇ ਵੀ ਸਾਰਾ ਭਾਤਾ ਫੜ ਕੇ। ਤੇ ਹੁਣ ਜਿਹੜਾ ਬੰਦਾ ਸੈਂਸਿਟਿਵ ਹੋਊਗਾ ਜਾਂ ਓਨੈਸਟ ਹੋਏਗਾ, ਸਿੰਸੀਅਰ ਹੋਏਗਾ, ਉਹ ਉਸੇ ਤਰੀਕੇ ਨਾਲ ਰਿਐਕਟ ਵੀ ਕਰੇਗਾ। ਉਹਨਾਂ ਨੇ ਸਭ ਕੁਝ ਛੱਡ ਕੇ ਇਨ ਪ੍ਰੋਟੈਸਟ ਹੀ ਰਿਜ਼ਾਈਨਡ। ਵਾਟ ਇਜ਼ ਬੈਡ? ਤੁਸੀਂ ਇਹ ਵੀ ਮੰਨਦੇ ਹੋ ਕਿ ਕਿਉਂਕਿ ਇੱਕ ਅਫਸਰਸ਼ਾਹ ਬੰਦਾ ਹੁੰਦਾ, ਉਹ ਬਸ ਬਹੁਤ ਸਾਰੀਆਂ ਚੀਜ਼ਾਂ ਅੰਦਰਲੀਆਂ ਜਾਣਦਾ ਹੁੰਦਾ, ਇਸ ਗੱਲ ਦੀ ਵੀ ਰੜਕ ਕੱਢਦੇ ਰਹੇ ਲੋਕ ਉਹਨਾਂ ਦੇ ਨਾਲ ਜਿਹੜੇ ਸਿਆਸਤਦਾਨ ਸੀਗੇ ਕਿ ਇਹ ਭੇਦ ਖੋਲ ਰਿਹਾ ਹੁਣ ਅੰਦਰਲੇ ਸਾਰੇ? ਬਿਲਕੁਲ ਠੀਕ ਗੱਲ ਹੈ। ਜਿਹੜਾ ਬੰਦਾ IPS ਹੋਵੇ, ਤੁਹਾਨੂੰ ਵੀ ਇਸ ਗੱਲ ਦਾ ਪਤਾ ਕਿ ਤੁਹਾਡੀ ਸਟੇਜ 'ਚ ਉਹੀ ਅਫਸਰ ਲੱਗਦਾ ਹੈਗਾ, IPS ਅਫਸਰ, ਜਿਹੜਾ ਟੌਪ ਪੋਜੀਸ਼ਨ 'ਚ ਹੋਵੇ। ਨਹੀਂ ਤਾਂ ਕਿਸੇ ਨੂੰ ਅਸਾਮ ਭੇਜ ਦਿੰਦੇ ਆ, ਜਿਵੇਂ KPS ਗਿੱਲ ਨੂੰ ਅਸਾਮ ਭੇਜਦਾ ਸੀਗਾ। ਸਿਰਫ ਬਹੁਤ ਹੀ ਜ਼ਿਆਦਾ ਲਾਇਕ ਬੰਦਾ ਜਾਂ ਟੌਪ ਪੋਜੀਸ਼ਨ 'ਤੇ ਹੋਵੇ, ਹੀ ਇਜ਼ ਸੈਂਟ ਟੂ ਦਾ ਹੋਮ ਸਟੇਟ। ਸਰ ਜਦੋਂ ਅਸੀਂ ਤੁਹਾਡੀ ਗੱਲ ਕਰੀਏ, ਕਹਿੰਦੇ ਕਿ ਇਹ ਕਿਉਂਕਿ ਆਮ ਤੌਰ 'ਤੇ ਇਹ ਵੀ ਹੁੰਦਾ ਨਾ ਕਿ ਜਦੋਂ ਸਿਸਟਮ ਇੱਕ ਪਾਸੇ ਕੰਮ ਕਰ ਰਿਹਾ ਹੋਵੇ, ਇੱਕ ਵਿਅਕਤੀ ਦੂਸਰੇ ਪਾਸੇ ਹੋਵੇ, ਪੂਰੀ ਸਟੇਟ ਪਾਵਰ ਜਿਹੜੀ ਆ ਉਹਦੇ ਨਾਲ ਖੜੀ ਹੋਵੇ, ਤਾਂ ਉਹਦੇ ਉਲਟ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੜੇ ਵੱਡੇ ਪੱਧਰ 'ਤੇ ਹੁੰਦੀਆਂ, ਕਿਉਂਕਿ ਪਾਵਰ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ। ਅਤੇ ਜਿਹੜੇ ਲੋਕ, ਕਿਉਂਕਿ ਅਸੀਂ ਦੇਖਦੇ ਹਾਂ, ਉਹ ਵੀ ਸਾਥ ਦਿੰਦੇ ਨੇ ਫਿਰ ਉਹਨਾਂ ਦਾ ਹੀ ਪੂਰਾ, ਜਿਨ੍ਹਾਂ ਦੇ ਹੱਥ ਪਾਵਰ ਹੁੰਦੀ ਹੈ। ਜਦੋਂ ਅਸੀਂ ਤੁਹਾਡੀ ਗੱਲ ਕਰੀਏ, ਤੁਸੀਂ ਉਸ ਟਾਈਮ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ, ਤਾਂ ਕਹਿੰਦੇ ਕਿ ਉਸ ਚੀਜ਼ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਰਿਹਾ ਤੁਹਾਨੂੰ ਵੀ? ਪਿਆ ਮੈਨੂੰ, ਕਿਉਂਕਿ ਮੈਂ ਪੁਲਿਸ ਵਾਲੇ ਦੇ ਖਿਲਾਫ ਕੇਸ ਕਰਦਾ ਸੀਗਾ, ਮਾਨ ਸਾਹਿਬ ਦਾ ਵਕੀਲ ਸੀਗਾ, ਤਸ਼ੱਦਦ ਦੇ ਖਿਲਾਫ ਮੈਂ ਬੋਲਦਾ ਸੀ ਤੇ ਲੜਦਾ ਸੀਗਾ। ਤੇ ਇਹਨਾਂ ਨੇ ਮੈਨੂੰ ਪਹਿਲਾਂ ਡਰਾਇਆ, ਧਮਕਾਇਆ, ਲਾਲਚ ਦਿੱਤਾ, ਜੋ ਕੁਛ ਹੁੰਦਾ ਕਰਦੇ ਨੇ। ਫਿਰ ਇਹਨਾਂ ਨੇ ਮੇਰੇ ਬੇਟੇ ਦਾ ਐਕਸੀਡੈਂਟ ਕਰਕੇ ਮਾਰਤਾ ਉਹਨੂੰ। ਐਂਡ ਜਿਹੜਾ ਐਕਸੀਡੈਂਟ ਹੋਇਆ ਸੀਗਾ, ਇੱਕ ਉਹ DSP ਸੀਗਾ, ਪੁਲਿਸ ਅਫਸਰ, ਉਹਦੇ ਮੈਂ ਖਿਲਾਫ ਕੇਸ ਪਾਇਆ ਸੀ। ਉਹ ਕੇਸ ਜਿਹੜਾ ਉਹਦੇ ਖਿਲਾਫ ਪਾਇਆ ਸੀ, ਅਗਲੇ ਦਿਨ ਲੱਗਾ ਹੋਇਆ ਸੀ। ਪਹਿਲਾਂ ਉਹਨੇ ਪੈਸੇ ਮੈਨੂੰ ਆਫਰ ਕੀਤਾ, ਮੇਰੇ ਨਹੀਂ ਮੰਨਿਆ। ਫਿਰ ਮੈਂ ਡਰਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਫਿਰ ਨਹੀਂ ਮੰਨਿਆ, ਫਿਰ ਉਹਨਾਂ ਨੇ ਇਹ ਕੰਮ ਕਰਤਾ। ਕਦੇ ਹਤਾਸ਼ ਹੁੰਦੇ ਹੋ, ਨਿਰਾਸ਼ਾ ਹੁੰਦੀ ਹੈ ਕਿ ਸੱਚ ਦੇ ਹੱਕ ਦੇ ਵਿੱਚ ਖੜਨ ਦਾ ਹੀ ਸਜ਼ਾ ਵੀ ਭੁਗਤਣੀ ਪੈਂਦੀ ਹੈ? ਦੇਖੋ ਜੀ, ਜਦੋਂ ਤੁਸੀਂ ਇਹ ਇੱਦਾਂ ਲੜਦੇ ਹੈਗੇ ਹੋ, ਔਰ ਫਿਰ ਰੱਬ ਪਤਾ ਕਿੱਥੋਂ ਤੁਹਾਨੂੰ ਤਾਕਤ ਦਿੰਦਾ ਹੈਗਾ ਉਹਨਾਂ ਜਿਹੜੇ ਤਸ਼ੱਦਦ ਕਰਦੇ ਨੇ ਉਹਦੇ ਖਿਲਾਫ ਖੜਨ ਲਈ। ਹੁੰਦਾ ਤਾਂ ਬਹੁਤ ਬਹੁਤ ਔਖਾ, ਪਰ ਕੋਈ ਇਲਾਜ ਨਹੀਂ ਇਹਦੇ ਬਾਰੇ। ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਨੇ, ਮਾਨ ਸਾਹਿਬ ਨੂੰ ਇਹ ਵੀ ਕਹਿੰਦੇ ਰਹੇ, ਕਹਿੰਦੇ ਕਿ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਰਹੇ। ਤਾਂ ਇਹ ਵੀ ਚੀਜ਼ਾਂ ਆਉਂਦੀਆਂ ਨੇ ਕਿ ਲੋਕਾਂ ਨੂੰ ਬਾਹਰ ਭੇਜਣ ਦੇ ਪੈਸੇ ਲੈਂਦੇ। ਬੜੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਨੇ, ਕਿਉਂਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੇੜਿਓਂ ਸਮਝਦੇ ਹੋ। ਇੱਦਾਂ ਦੇ ਕਿ ਜਿਹੜੇ ਇਲਜ਼ਾਮ ਮਾਨ ਸਾਹਿਬ ਦੇ ਖਿਲਾਫ ਲੱਗੇ ਨੇ ਜਾਂ ਲਾਉਂਦੇ ਨੇ ਲੋਕੀ, ਉਹ ਸਾਰੇ ਨਿਰੇ ਤੇ ਨਿਰੇ ਝੂਠੇ ਨੇ। ਦੂਜੀ ਗੱਲ ਹੈ, ਉਹਨਾਂ ਲਈ ਜਦੋਂ ਕੁਝ ਹੋਰ ਕਹਿਣ ਲਈ ਨਹੀਂ ਹੈ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ। ਮਗਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜੇ ਵੀ ਲੋਕੀ ਇਲਜ਼ਾਮ ਲਗਾ ਰਹੇ ਨੇ, ਕੋਈ ਇੱਕ ਤਾਂ ਸਬੂਤ ਦੇਣ। ਕੋਈ ਬਿਨਾਂ ਸਬੂਤ ਤੋਂ ਗੱਲ ਕਰਨਾ ਜਾਂ ਇਲਜ਼ਾਮ ਲਗਾਉਣਾ, ਇਹ ਸਰਾਸਰ ਗਲਤ। ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇੰਨਾ ਤਸ਼ੱਦਦ ਹੋਇਆ, ਇੰਨਾ ਕੁਛ ਉਹਨਾਂ ਦੇ ਨਾਲ ਕੀਤਾ ਗਿਆ, ਇੰਨੇ ਕੇਸਿਸ ਕੀਤੇ ਗਏ ਜਿਹੜੇ ਝੂਠੇ ਸੀ, ਬਸ ਸਿਰਫ ਤੇ ਸਿਰਫ ਉਹਨਾਂ ਨੂੰ ਹਰਾਸ ਕਰਨ ਦੇ ਲਈ। ਤਾਂ ਦੂਸਰੇ ਪਾਸੇ ਲੋਕੀ ਇਹ ਵੀ ਕਹਿ ਦਿੰਦੇ ਨੇ ਕਿ ਕਿਤੇ ਨਾ ਕਿਤੇ ਸਟੇਟ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਮਾਨ ਸਾਹਿਬ। ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਅਰਾ ਦੇ ਕੇ ਡਿਸਟਰਬੈਂਸ ਕ੍ਰੀਏਟ ਕੀਤੀ ਜਾ ਰਹੀ ਹੈ, ਤੇ ਮਾਨ ਸਾਹਿਬ ਉਹਦਾ ਹਿੱਸਾ ਬਣ ਕੇ ਕੰਮ ਕਰ ਰਹੇ ਨੇ। ਇੱਦਾਂ ਦੀਆਂ ਚੀਜ਼ਾਂ ਵੀ ਤੁਹਾਡੇ ਧਿਆਨ 'ਚ ਆਈਆਂ? ਇਹ ਗੱਲਾਂ ਵੀ ਜਿਹੜਿਆਂ ਦੇ ਓਪਨਰ ਹੈਗੇ ਨੇ ਉਹ ਬਹੁਤ ਕਹਿੰਦੇ ਨੇ, ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ, 150 ਕੇਸ ਪਾਉਣ ਦੇ ਬਾਅਦ, ਉਹਦੇ ਬਾਵਜੂਦ ਜੇ ਤੁਸੀਂ ਇੱਕ ਨਿੱਕੀ ਜਿਹੀ ਸੂਈ ਵੀ ਨਹੀਂ ਪ੍ਰੂਵ ਕਰ ਸਕੇ, ਤੇ ਉਹਦਾ ਸਬੂਤ ਕੀ ਹੈ ਤੇ ਉਹਦੀ ਅਹਿਮੀਅਤ ਕੀ ਹੈ? ਝੂਠੇ ਇਲਜ਼ਾਮ, 150 ਕੇਸ, ਇੱਕ ਵੀ ਸੱਚਾ ਨਹੀਂ। ਉਹਨਾਂ ਦੇ ਖਿਲਾਫ ਕੇਸ ਪਾਓ, ਜਾਂ ਉਹਨਾਂ ਦੇ ਖਿਲਾਫ 150 ਕੇਸ ਕੀਤੇ, ਜਿਹੜੇ ਝੂਠੇ ਕੇਸ ਕੀਤੇ ਆ, ਉਹਦਾ ਟੌਰਚਰ ਕੀਤਾ। ਤਾਂ ਆਫਟਰ ਆਲ ਤੁਸੀਂ ਕਰਨਾ ਕੀ ਚਾਹੁੰਦੇ ਹੋ? ਸਰ, ਇੱਕ
ਕਾਨੂੰਨ ਦੀ ਪ੍ਰਕਿਰਿਆ ਹੈਗੀ, ਤੁਹਾਡੇ ਹੱਥ ਵੀ ਪਾਵਰ ਹੈਗੀ ਹੈ, ਜਦੋਂ ਤੁਸੀਂ ਇੰਨਾ ਕੁਝ ਹਰਾਸ ਕੀਤਾ ਗਿਆ 150 ਕੇਸਾਂ ਦੇ ਵਿੱਚ ਵੀ ਬਰੀ ਹੋ ਗਏ, ਤਾਂ ਤੁਸੀਂ ਉਸ ਤੋਂ ਬਾਅਦ ਡੈਫੇਮੇਸ਼ਨ ਪਾਈ ਨਹੀਂ ਉਹਨਾਂ ਦੀ? ਕਿਹਦੇ ਖਿਲਾਫ ਪਾਈਏ? ਕੋਈ ਇੱਕ ਬੰਦਾ ਹੋਏ ਤਾਂ ਪਾਈਏ। ਜੇ ਆਪਾਂ ਉਹਦੇ ਖਿਲਾਫ ਕੇਸ ਪਾਉਣ ਲੱਗ ਪਈਏ ਤਾਂ ਹਾਸੀ ਜ਼ਿੰਦਗੀ 'ਚ ਹੋਰ ਕੁਝ ਕਰਾਂਗੇ ਹੀ ਨਹੀਂ, ਸਿਰਫ ਕੇਸ ਹੀ ਪਾਉਂਦੇ ਰਹਾਂਗੇ। ਕਿੱਥੇ ਕਿੱਥੇ ਪਾਵਾਂਗੇ? ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਦਿੱਲੀ, ਕਸ਼ਮੀਰ, ਕਿੱਥੇ ਕਿੱਥੇ। ਜਾਂ ਤਾਂ ਬੰਦਾ ਸਾਰੀ ਉਮਰ ਬੰਦ ਇਸ ਲਈ ਕੰਮ ਰੱਖ ਲਵੇ ਮੈਂ ਕੇਸ ਹੀ ਕੇਸ ਪਾਈ ਜਾਣੇ ਬਸ, ਹੋਰ ਕੁਝ ਕਰਨਾ ਹੀ ਨਹੀਂ। ਸਰ ਬੜੀ ਅਹਿਮ ਚੀਜ਼ ਆ ਕਿ ਹੁਣ ਜਿਵੇਂ ਸੰਗਰੂਰ ਦੀ ਜ਼ਿਮਨੀ ਚੋਣਾਂ ਤੁਹਾਡੇ ਧਿਆਨ ਦੇ ਵਿੱਚ ਵੀ ਹੈਗੀਆਂ, ਉੱਥੇ ਵੀ ਇੱਕ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਆਵਾਜ਼ ਚੱਲ ਰਹੀ ਹੈ। ਤੁਸੀਂ ਵਕੀਲ ਹੋ, ਤੁਸੀਂ ਲੰਮਾ ਸਮਾਂ ਤੁਹਾਡਾ ਤਜਰਬਾ ਰਿਹਾ ਹੈ, ਬਹੁਤ ਸਾਰੇ ਬੰਦੀ ਸਿੰਘ ਹੱਲੇ ਵੀ ਜੇਲ੍ਹਾਂ ਦੇ ਵਿੱਚ ਨੇ। ਕਾਨੂੰਨ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਸਮਝਣ ਦੀ ਜਦੋਂ ਲੋਕੀ ਕੋਸ਼ਿਸ਼ ਕਰਦੇ ਨੇ ਤਾਂ ਸਮਝ ਨਹੀਂ ਆਉਂਦਾ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਪੈਰੋਲ ਮਿਲ ਜਾਂਦੀ ਹੈ, ਜਿਹੜੇ ਵੱਡੇ ਵੱਡੇ ਜ਼ੁਰਮਾਂ ਦੇ ਵਿੱਚ ਇਸ ਵੇਲੇ ਗਲਤਾਨ ਹੈਗੇ, ਦੋਸ਼ੀ ਕਰਾਰ ਦਿੱਤੇ ਗਏ ਨੇ, ਡੇਰਾ ਮੁਖੀ ਦੀ ਅਸੀਂ ਗੱਲ ਕਰ ਲਈਏ, ਤੇ ਦੂਜੇ ਪਾਸੇ ਜਿਹੜੇ ਸਜ਼ਾਵਾਂ ਭੋਗ ਚੁੱਕੇ ਨੇ ਉਹਨਾਂ ਦੀ ਲੜਾਈ ਲੜੀ ਜਾ ਰਹੀ ਹੈ। ਇੱਦਾਂ ਜੀ, ਮੈਂ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਬੰਦੀ ਸਿੰਘਾਂ ਦਾ ਕੇਸ ਜਿਹੜਾ ਹੈਗਾ ਉਹ ਅਸੀਂ ਪਹਿਲਾਂ ਹਾਈ ਕੋਰਟ 'ਚ ਪਾ ਚੁੱਕੇ ਹਾਂ, ਔਰ 24-25 ਮੇਰੇ ਬੰਦੀ ਸਿੰਘ ਜਿਹੜੇ ਸੀਗੇ ਜਿਹਨਾਂ ਦਾ ਮੈਨੂੰ ਪਤਾ ਲੱਗਾ ਸੀ, ਮੈਂ ਉਹਨੂੰ ਰਿਹਾ ਵੀ ਕਰਾ ਚੁੱਕਾ। ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਕੋਈ ਹੋਰ ਬੰਦਾ ਜਿਹੜਾ ਬੰਦੀ ਸਿੰਘ ਹੋਵੇ ਉਹਦਾ ਨਾਮ ਸਾਨੂੰ ਦੱਸੋ, ਅਸੀਂ ਉਹਨੂੰ ਛਡਾਵਾਂਗੇ। ਤੇ ਜੇ ਕੋਈ ਬੰਦਾ ਮੇਰੇ ਕੋਲ ਆਏ ਨਾ ਸਿਰਫ ਪੋਲਿਟਿਕਸ ਖੇਡੇ, ਉਹਦਾ ਕੀ ਇਲਾਜ? ਮਾਨ ਸਾਹਿਬ ਨੇ ਹੀ ਆਹ ਕੇਸ ਹਾਈ ਕੋਰਟ ਪਹਿਲਾਂ ਪਾਇਆ ਸੀਗਾ। ਹਾਈ ਕੋਰਟ ਨੇ ਕਿਹਾ ਕੋਈ ਬੰਦੀ ਸਿੰਘ ਦਾ ਨਾਮ ਸਾਡੇ ਕੋਲ ਲਿਆਓ, ਜਿਹੜਾ ਸਾਹਮਣੇ ਆਵੇ ਅਸੀਂ ਉਹਨੂੰ ਰਿਹਾ ਕਰ ਦਿੰਦੇ ਹਾਂ। ਹੋਰ ਦੱਸੋ ਕੀ ਕਰ ਸਕਦੇ ਹਾਂ? ਬੰਦੀ ਸਿੰਘ ਅਸੀਂ ਤਾਂ ਪਹਿਲਾਂ ਹੀ ਕੇਸ ਪਾ ਚੁੱਕੇ ਹਾਂ, ਆਉਣ ਸਾਡੇ ਕੋਲ ਛੁਡਾਉਂਦੇ ਅਸੀਂ। ਇਹ ਅਕਾਲੀ ਦਲ ਲਗਾਤਾਰ ਹੁਣ ਗੱਲ ਕਰ ਰਿਹਾ, ਅਕਾਲੀ ਦਲ ਦੀ ਹੱਥ ਪਾਵਰ ਵੀ ਰਹੀ ਹੈ, ਸਰਕਾਰ ਰਹੀ ਹੈ ਨਾ, ਉਹ ਸਭ ਖੇਡ ਹੈ, ਪੋਲਿਟਿਕਸ ਹੈ। ਅਕਾਲੀ ਦਲ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸਦਾ। ਆਪਰੇਸ਼ਨ ਬਲੂ ਸਟਾਰ ਹੋਇਆ, ਤੁਹਾਨੂੰ ਪਤਾ ਹੋਊਗਾ ਤੋਸ਼ਾ ਖਾਨਾ ਜਿਹੜਾ ਅਰਬਾਂ ਰੁਪਏ ਦਾ ਉੱਥੇ ਸੀ ਗੋਲਡਨ ਟੈਂਪਲ ਦੇ ਵਿੱਚ, ਜਿੱਥੇ ਟਰੱਕ ਦੇ ਟਰੱਕ ਜਿਹੜੇ ਸੀਗੇ ਸੋਨੇ ਦੇ, ਹੀਰਿਆਂ ਦੇ, ਜਵਾਹਰਾਤ ਵਗੈਰਾ, ਮੈਨੂਸਕ੍ਰਿਪਟਸ ਸੀਗੀਆਂ, ਉਹ CBI ਲੈ ਗਈ ਸੀ ਆਪਰੇਸ਼ਨ ਬਲੂ ਸਟਾਰ ਵੇਲੇ। ਇਸ ਗੱਲ ਨੂੰ ਜਾਰਜ ਫਰਨਾਂਡਸ ਨੇ ਪਾਰਲੀਮੈਂਟ 'ਚ ਮੰਨਿਆ ਕਿ ਕਿਉਂਕਿ ਉਸ ਵੇਲੇ ਹੋਮ ਮਿਨਿਸਟਰ, ਡਿਫੈਂਸ ਮਿਨਿਸਟਰ ਸੀਗਾ ਫਰਨਾਂਡਸ। ਉਹਨੇ ਕਿਹਾ ਕਿ ਇਹ ਤੋਸ਼ਾ ਖਾਨਾ ਅਸੀਂ ਉੱਥੋਂ ਅੰਮ੍ਰਿਤਸਰ ਤੋਂ ਲੈ ਆਏ। ਅਸੀਂ ਹਾਈ ਕੋਰਟ 'ਚ ਕੇਸ ਪਾਤਾ, ਅਕਾਲੀ ਦਲ ਨੇ ਕੇਸ ਨਹੀਂ ਪਾਇਆ, ਅਸੀਂ ਹਾਈ ਕੋਰਟ 'ਚ ਕੇਸ ਪਾਤਾ, ਨਾ ਹੀ SGPC ਨੇ ਕੇਸ ਪਾਇਆ। ਹਾਈ ਕੋਰਟ ਕਹਿੰਦਾ ਮੈਨੂੰ, ਮੈਂ ਪਿੱਲ ਪਾਈ ਸੀਗੀ ਤੇ ਮਾਨ ਸਾਹਿਬ ਵੀ ਨਾਲ ਸੀ ਮੇਰੇ। ਹਾਈ ਕੋਰਟ ਕਹਿੰਦਾ ਕਿ ਇਹ ਕੇਸ ਦਾ ਤੁਹਾਨੂੰ SGPC ਨੂੰ ਪਾਉਣਾ ਚਾਹੀਦਾ, ਤੁਸੀਂ ਕਿਉਂ ਪਾਇਆ? ਤੇ ਉਹਨਾਂ ਨੇ SGPC ਨੂੰ ਪਾਰਟੀ ਬਣਾ ਦਿੱਤਾ। ਪੇਸ਼ ਹੋ, ਉਸ ਵੇਲੇ ਮੱਤੇਵਾਲ ਸਾਹਿਬ ਹੁੰਦੇ ਸੀਗੇ, ਤੇ ਹਾਈ ਕੋਰਟ ਨੇ ਆਰਡਰ ਕਰਤਾ ਕਿ ਜੇ SGPC ਵਾਲੇ ਜਾਣਗੇ ਸਰਕਾਰ ਤੋਸ਼ਾ ਖਾਨੇ ਵਾਪਸ ਕਰ ਦੂਗੀ। ਜੱਜ ਸਾਹਿਬਾਨ ਕਹਿੰਦੇ ਜਦ ਮੈਂ ਕੋਰਟ 'ਚ ਪੇਸ਼ ਹੋਇਆ ਕਿ ਲਖਨਪਾਲ ਜੀ, ਜੇ ਮੈਂ ਤੁਸੀਂ ਲੈ ਵੀ ਆਓ ਤੋਸ਼ਾ ਖਾਨਾ ਗਿਆ, ਤੁਸੀਂ ਉਹਨੂੰ ਰੱਖੋਗੇ ਕਿੱਥੇ? ਉਹਦੀ ਹਿਫਾਜ਼ਤ ਕੌਣ ਕਰੂਗਾ? ਮੈਂ ਕਿਹਾ ਮਤ ਤਾਂ ਚਾਹੀਦਾ ਨਹੀਂ ਹੈ, ਮੈਂ ਚਾਹੁੰਦਾ ਕਿ SGPC ਜਾ ਕੇ ਲੈ। ਹਾਈ ਕੋਰਟ ਨੇ ਇਹ ਆਰਡਰ ਕਰਤਾ। ਇਸ ਗੱਲ ਨੂੰ ਮੇਰੇ ਖਿਆਲ 10-15 ਸਾਲ ਹੋ ਗਏ, ਤੋਸ਼ਾ ਖਾਨਾ ਨਹੀਂ ਆਇਆ। ਇਹ ਹੈ ਅਕਾਲੀ ਦਲ, SGPC, ਸਿਰਫ ਸਿਆਸਤ ਕੀਤੀ ਜਾ ਰਹੀ ਤੁਹਾਡੇ ਨਾਲ ਹੈ। ਦੱਸੋ ਕੀ ਹੈ? ਵਾਟ ਇਜ਼ ਦਿਸ? ਕਿਸੇ ਪਾਸੇ ਤਾਂ ਇਨਸਾਫ ਹੋਏ, ਕਿਸੇ ਪਾਸੇ ਸੱਚਾਈ ਹੋਵੇ, ਬਸ ਆਪਣਾ ਹੀ ਆਪਣਾ, ਬਸ ਆਪਣੇ ਢਿੱਡ ਭਰ ਲਓ ਬਸ। ਸਰ ਤੁਸੀਂ ਉਹ ਕਾਨੂੰਨ ਦੀ ਗੱਲ ਕਰ ਰਹੇ ਸੀ, ਇਹ ਡਬਲ ਸਟੈਂਡਰਡ ਕਿਉਂ ਰਹਿੰਦਾ ਕਾਨੂੰਨਾਂ ਦਾ ਸਿੱਖਾਂ ਪ੍ਰਤੀ, ਹੋਰ ਲੋਕਾਂ ਦੇ? ਜੀ ਸਾਡਾ ਕਸੂਰ ਹੈ। ਹੁਣ ਤੁਸੀਂ ਬੰਦਾ ਸਿੰਘ ਦੇ ਰੌਲਾ ਪਾਉਣ ਡਏ ਨੇ। ਜਦ ਮੈਂ ਹਾਈ ਕੋਰਟ ਕਹਿੰਦੇ ਛੁਡਾਓ, ਫਿਰ ਤੁਸੀਂ ਸਿਰਫ ਸਪੀਚਾਂ ਤੇ ਹੀ ਦੇਣੀ ਹੈ, ਬਸ ਨਜ਼ਰ ਰੱਖੋਗੇ। ਜਦੋਂ ਹਾਈ ਕੋਰਟ ਕਹਿੰਦਾ ਬੰਦਾ ਆਏ ਮੈਂ ਉਹਨੂੰ ਛੁਡਾ ਦਾਂਗੇ, ਮੈਂ ਕੇਸ ਪਾਇਆ, ਮੈਂ ਆਰਡਰ ਕਰਾਇਆ, ਤੁਸੀਂ ਕਿਉਂ ਨਹੀਂ ਜਾਂਦੇ? ਦੱਸੋ ਮੈਨੂੰ, ਸਵਾਏ ਸਿਆਸਤ ਤੋਂ ਹੋਰ ਕੀ ਆ? ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੁਣ ਤੁਸੀਂ ਬਿਲਕੁਲ ਨੇੜਿਓਂ ਜਾਣਦੇ ਹੋ, ਇਹ ਕੰਮ ਰੁਕਿਆ ਕਿੱਥੇ ਹੈਗਾ, ਹੁਣ ਕਿੱਥੇ ਰੁਕਿਆ? ਇੱਥੇ ਕੋਈ ਸਾਹਮਣੇ ਜਾ ਕੇ ਆਰਡਰ ਕਰਾਇਆ ਰਿਹਾਈ ਦਾ? ਸਵਾਏ ਸਟੇਜਾਂ ਤੇ ਬੋਲਣ ਤੋਂ ਸਵਾਏ, ਜੇ ਤੁਸੀਂ ਅਸਲ ਕੰਮ ਕਰਨਾ ਚਾਹਦੇ ਹੋ ਹਾਈ ਕੋਰਟ 'ਚ ਪਟੀਸ਼ਨ ਪਾਓ, ਮੇਰੇ ਕੋਲ ਆਓ, ਮੈਂ ਬੰਦਾ ਛਡਾਊਂਗਾ।
ਨਿਰਾ ਧੋਖਾ ਹੈ। ਜਿਹੜਾ ਬੰਦਾ ਬੰਦੀ ਸਿੰਘ ਅੰਦਰ ਬੈਠਾ ਨਾ, ਉਹਨਾਂ ਧੋਖਾ ਹੈ। ਭਾਈ ਤੁਸੀਂ ਤਾਂ ਕੇਸ ਪਾ ਕੇ ਛੁਡਾਓ ਉਹਨੂੰ, ਇੰਸਟੈਡ ਆਫ ਕਿ ਤੁਸੀਂ ਉਹਨੂੰ ਵੇਟ ਕਰੇ ਕਦੋਂ ਜੇਲ੍ਹ 'ਚ ਮਰ ਜਾਵੇ, ਤੁਸੀਂ ਉਹ ਕੇਸ ਪਾ ਕੇ ਛੁਡਾਓ ਉਹਨੂੰ। ਜਦੋਂ ਹਾਈ ਕੋਰਟ ਨੇ ਆਰਡਰ ਕੀਤਾ ਹੋਇਆ, ਮੇਰੇ ਕੇਸ 'ਚ ਆਰਡਰ ਕੀਤਾ ਹੋਇਆ ਕਿ ਬੰਦਾ ਹੈ ਜੀ ਮੈਂ ਛੁਡਾ ਚੁੱਕਾ, ਫਿਰ ਤੁਸੀਂ ਕਿਉਂ ਨਹੀਂ ਕਰਦੇ? ਲਖਨਪਾਲ ਜੀ, ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨੇ ਇਸ ਵੇਲੇ ਹਾਲਾਤ ਬਣੇ ਹੋਏ ਨੇ, ਇੱਕ ਬੜੀ ਚਰਚਾ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਅਕਸਰ ਇਹ ਰਹਿੰਦਾ ਕਿ ਮਾਨ ਸਾਹਿਬ ਨੇ ਬੜੀ ਵਾਰ ਚੋਣ ਲੜੀ, ਇੱਕ ਵਾਰ ਬੜੀ ਵੱਡੀ ਬਹੁਮਤ ਮਿਲੀ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਅਸੀਂ ਜਾਣਦੇ ਸਾਰੇ ਜਾਣਦੇ ਨੇ। ਉਸ ਤੋਂ ਬਾਅਦ ਕਹਿੰਦੇ ਕਿ ਇਦਾਂ ਦਾ ਕੀ ਹੋਇਆ ਕਿ ਮਾਨ ਸਾਹਿਬ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਜਾਂ ਫਿਰ ਸਿਆਸਤ ਉਹਨਾਂ ਦੇ ਖਿਲਾਫ ਹੋਈ ਸਾਰੀ? ਮਾਨ ਸਾਹਿਬ ਐਸੇ ਉਸ ਤੋਂ ਬਾਅਦ ਹੀ ਜਿੱਤੇ ਸੰਗਰੂਰ ਦੀ ਸੀਟ ਹੀ। ਮਗਰ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਸਰਕਾਰ ਦੇ ਖਿਲਾਫ ਲੜਨਾ ਕਿਤੇ ਸੌਖਾ ਨਹੀਂ ਹੁੰਦਾ। ਹਰ ਬੰਦੇ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ। ਜਦੋਂ ਮਾਨ ਸਾਹਿਬ ਹੈ ਹੀ ਸਰਕਾਰ ਤੋਂ ਬਾਹਰ, ਔਰ ਫਿਰ ਐਸੇ ਸੱਚੇ ਸੁੱਚੇ ਬੰਦੇ ਜਿਹਨੇ ਨਾ ਪੈਸਾ ਲੈਣਾ ਨਾ ਕਰਦਾ ਕਿਸੇ ਨੂੰ ਪੈਸਾ ਦੇਣਾ, ਉਹਦੇ ਲਈ ਇੱਕ ਸਾਫ਼ ਪੋਲੀਟਿਕਸ ਜਾਂ ਐਰਨਾ ਦੇ ਵਿੱਚ ਰਹਿਣਾ ਲੜਨਾ ਬਹੁਤ ਔਖਾ। ਹਰ ਬੰਦਾ ਕਹਿੰਦਾ ਮੈਂ ਕੀ, ਮੈਨੂੰ ਕੀ ਮਿਲ ਰਿਹਾ। ਆਪਾਂ ਇੰਨੇ ਮਤਲਬੀ ਹੋ ਚੁੱਕੇ ਹਾਂ। ਨਹੀਂ ਤਾਂ ਮੰਨ ਤੁਸੀਂ ਤਾਂ ਮਾਨ ਸਾਹਿਬ ਦੇ ਵਿੱਚ ਕੀ ਨੁਕਸ ਆ? ਓਨੈਸਟ ਬੰਦਾ ਹੈ, ਸਿੰਸੀਅਰ ਬੰਦਾ ਹੈ, ਪੜ੍ਹਿਆ ਲਿਖਿਆ ਬੰਦਾ ਹੈ, ਕੋਈ ਕਿਸੇ ਪਾਸੇ ਨੂੰ ਦੱਸੋ। ਹੀ ਵਾਜ਼ IPS ਅਫਸਰ, 30-40 ਸਾਲ ਤੋਂ ਪੋਲੀਟਿਕਸ ਕਰ ਰਹੇ ਨੇ, ਕੋਈ ਐਲੀਗੇਸ਼ਨਾਂ ਦੇ ਖਿਲਾਫ ਨੋ। ਇੱਕ ਹਵਾ ਖੜਾ ਕਰਤਾ ਜੀ ਖਾਲਿਸਤਾਨੀ ਹੈ, ਇਹ ਹੋ ਕਿਹੜੇ ਪਾਸੇ ਖਾਲਿਸਤਾਨੀ? ਐਂਡ ਈਵਨ ਦ ਸੁਪਰੀਮ ਕੋਰਟ ਸੇਜ਼ ਕਿ ਤੁਸੀਂ ਖਾਲਿਸਤਾਨ ਦੀ ਡਿਮਾਂਡ ਪੀਸਫੁਲੀ ਕਰਦੇ ਹੋ, ਇਜ਼ ਨੋ offense। ਸਰਕਾਰ, ਪੰਜਾਬ ਸਰਕਾਰ ਦੀ ਪਾਲਿਸੀ ਹੈ demand of Khalistan is no offense. Then what is wrong? What is he doing wrong? ਸਾਰਾ ਕਸ਼ਮੀਰ ਮੰਗ ਰਿਹਾ, ਆਜ਼ਾਦ ਕਸ਼ਮੀਰ, ਆਜ਼ਾਦ ਕਸ਼ਮੀਰ। ਤਾਮਿਲਨਾਡੂ 'ਚ ਮੰਗ ਰਹੇ ਹੈਗੇ, ਕੁਛ ਨਾ ਕੁਛ ਹੋਇਆ? ਨੋ। ਇੱਕ ਹਵਾ ਬਣਾਤਾ ਨਾ, ਇਹਨੇ ਕੁਛ ਗਲਤ ਕੰਮ ਕੀਤਾ ਕੁਛ ਲਾਈਫ 'ਚ। ਓਨੈਸਟ ਮੈਨ, ਸਿੰਸੀਅਰ ਮੈਨ, ਫਸਟ ਕਲਾਸ ਮੈਨ, ਪੜ੍ਹਿਆ ਲਿਖਿਆ ਮੈਨ, ਵਿਜ਼ਨ ਦਾ ਮੈਨ। ਵਾਟ ਇਜ਼ ਰੋਂਗ? ਬਹੁਤ ਸ਼ੁਕਰੀਆ ਸਰ। ਸੋ ਇਹ ਸਨ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੀ ਸਿਆਸਤ ਦੇ ਵਿੱਚ ਚੱਲਦੀਆਂ ਆ ਰਹੀਆਂ ਨੇ। ਇਹ ਵੀ ਸਵਾਲ ਰਹੇ ਕਿ ਸਿਮਰਨਜੀਤ ਸਿੰਘ ਮਾਨ ਦਾ ਕਿਰਦਾਰ ਕਿਹੋ ਜਿਹਾ ਹੈਗਾ। ਬਹੁਤ ਸਾਰੇ ਇਲਜ਼ਾਮ ਵੀ ਲੱਗ ਰਹੇ, ਬਹੁਤ ਸਾਰੀਆਂ ਚਰਚਾਵਾਂ ਇਹ ਵੀ ਚੱਲਦੀਆਂ ਰਹੀਆਂ ਕਿ ਆਖਰਕਾਰ ਇੰਨੀ ਵਾਰ ਚੋਣਾਂ ਲੜਨ ਤੋਂ ਬਾਅਦ ਹਾਰਦੇ ਕਿਉਂ ਰਹੇ। ਜਿੱਤਾਂ ਵੀ ਹੋਈਆਂ ਪਰ ਹਾਰਦੇ ਲਗਾਤਾਰ ਕਿਉਂ ਰਹੇ। ਤਾਂ ਬੜੀ ਬੇਬਾਕੀ ਦੇ ਨਾਲ ਚੀਜ਼ਾਂ ਦੱਸੀਆਂ ਕਿ ਕਿਸ ਤਰੀਕੇ ਦਾ ਉਹਨਾਂ ਦਾ ਕਿਰਦਾਰ ਹੈਗਾ, ਕਿਸ ਤਰੀਕੇ ਨਾਲ ਇਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਕਾਨੂੰਨੀ ਕੇਸ ਲੜਨ ਦੀ ਲੜਾਈ ਜਿਹੜੀ ਆ ਉਹ ਲੜਨੀ ਪਈ। ਤਾਂ ਬਹੁਤ ਸਾਰੀਆਂ ਚਰਚਾਵਾਂ, ਬੜੇ ਭੇਦ ਸੀਗੇ ਅੱਜ ਜਿਹੜੇ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਉਮੀਦ ਕਰਦੇ ਕਿ ਇਸ ਇੰਟਰਵਿਊ ਦੇ ਜ਼ਰੀਏ ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੀਆਂ ਤਸਵੀਰਾਂ ਸਾਫ਼ ਹੋਈਆਂ ਹੋਣੀਆਂ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।